ਹੈਲੋ ਐਵਰੀਵਨ। ਉਮੀਦ ਹੈ ਕਿ ਤੁਸੀਂ ਸਭ ਬਹੁਤ ਵਧੀਆ ਹੋਵੋਗੇ। ਅਤੇ ਆਪਾਂ ਜਿਹੜੀ ਪਹਿਲਾਂ ਤੋਂ ਹੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਮੱਧਕਾਲੀਨ ਭਾਰਤ ਦਾ ਇਤਿਹਾਸ ਕਰ ਰਹੇ ਹਾਂ ਜਿਹੜਾ, ਉਹਦੇ ਵਿੱਚ ਆਪਾਂ ਅੱਗੇ ਕੰਟੀਨਿਊ ਕਰ ਰਹੇ ਹਾਂਗੇ। ਅਲਾਉਦੀਨ ਖਿਲਜੀ ਆ ਜਿਹੜਾ, ਉਹਦਾ ਪਾਰਟ 4 ਦੇ ਵਿੱਚ ਅੱਜ ਅਸੀਂ ਕਵਰ ਕਰਾਂਗੇ ਉਹਨੇ ਸਮਾਜ ਦੇ ਵਿੱਚ ਕਿਹੜੇ ਕਿਹੜੇ ਸੁਧਾਰ ਕੀਤੇ ਸੀ ਅਤੇ ਖੇਤੀ ਸੰਬੰਧੀ ਉਹਨੇ ਕਿਹੜੇ ਕਿਹੜੇ ਸੁਧਾਰ ਕੀਤੇ ਸੀ। ਪਿਛਲੀ ਵੀਡੀਓਜ਼ ਦੇ ਵਿੱਚ ਵੀ ਆਪਾਂ ਕਰ ਚੁੱਕੇ ਹਾਂ ਕਿ ਜਿਹੜਾ ਅਲਾਉਦੀਨ ਖਿਲਜੀ ਸੀਗਾ ਉਹ ਜਲਾਲੂਦੀਨ ਖਿਲਜੀ ਦਾ ਭਤੀਜਾ ਵੀ ਸੀ ਅਤੇ ਜਵਾਈ ਵੀ ਸੀ। ਉਹਦਾ ਪਹਿਲਾ ਨਾਮ ਸੀ ਜਿਹੜਾ ਉਹ ਅਲੀ ਗੁਰਸ਼ਸਪ ਸੀਗਾ ਅਤੇ ਉਹਦੇ ਪਿਤਾ ਦਾ ਨਾਮ ਸ਼ਾਬੂਦੀਨ ਸੀ। ਜਦੋਂ ਸ਼ਾਬੂਦੀਨ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹਦੇ ਚਾਚੇ ਨੇ ਉਹਦਾ ਪਾਲਣ ਪੋਸ਼ਣ ਕੀਤਾ ਸੀ। ਪੜ੍ਹਨ ਲਿਖਣ ਦੇ ਵਿੱਚ ਉਹਨੂੰ ਕੋਈ ਜ਼ਿਆਦਾ ਰੁਚੀ ਨਹੀਂ ਸੀ ਅਤੇ ਇਸ ਕਰਕੇ ਸਾਰੀ ਉਮਰ ਉਹ ਅਨਪੜ੍ਹ ਹੀ ਰਿਹਾ ਸੀ। ਅਤੇ ਪਰ ਜਿਹੜਾ ਅਸਤਰ ਸ਼ਸਤਰ ਚਲਾਉਣ ਵਾਲਾ ਕੰਮ ਸੀ ਉਹਦੇ ਵਿੱਚ ਉਹਨੇ ਨਿਪੁੰਨਤਾ ਹਾਸਲ ਕਰ ਲਈ ਸੀ ਅਤੇ ਵੱਡਾ ਹੋਣ 'ਤੇ ਇੱਕ ਸੂਰਬੀਰ ਯੋਧਾ ਸਾਬਤ ਹੋਇਆ ਸੀ। ਅਤੇ ਇਸੇ ਤਰ੍ਹਾਂ ਹੀ ਆਪਾਂ ਕਰਦੇ ਹਾਂ ਕਿ ਉਹ ਸੂਰਬੀਰ ਯੋਧਾ ਸਾਬਤ ਹੋਇਆ ਸੀ ਕਿਹੜੇ ਤਰੀਕੇ ਨਾਲ, ਜਿਹੜਾ ਉਹਨੇ ਆਪਣੇ ਪੂਰੇ ਸਮਾਜ ਦੇ ਉੱਪਰ, ਸਾਮਰਾਜ ਦੇ ਉੱਪਰ ਕੰਟਰੋਲ ਕੀਤਾ ਹੋਇਆ ਸੀ। ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਕੀਤੇ ਸੀ ਉਹਨੇ ਅਤੇ ਖੇਤੀ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਸੁਧਾਰ ਕੀਤੇ ਸੀ ਉਹਨੇ। ਫਸਟ ਦੇ ਵਿੱਚ ਹੈਗਾ ਆਪਣੇ ਕੋਲੇ ਸਮਾਜਿਕ ਸੁਧਾਰ ਉਹਨੇ ਕਿਹੜੇ ਕਿਹੜੇ ਕੀਤੇ ਸੀ। ਜਿਹੜਾ ਅਲਾਉਦੀਨ ਸੀ ਉਹ ਵੀ ਬਲਬਨ ਵਾਂਗੂ ਹੀ ਉਹਦਾ ਜਿਹੜਾ ਸ਼ਾਸਨ ਸੀਗਾ ਉਹ ਸੈਨਿਕ ਸ਼ਾਸਨ ਸੀ ਅਤੇ ਉਸ ਸਮੇਂ ਮੰਗੋਲਾਂ ਦੇ ਵੀ ਲਗਾਤਾਰ ਹਮਲੇ ਹੁੰਦੇ ਸੀ ਉਹਨਾਂ ਦੇ ਸ਼ਾਸਨ ਦੇ ਉੱਪਰ। ਅਤੇ ਲੋਕਾਂ ਦੀ ਭਲਾਈ ਦੇ ਵੱਲ ਉਹਨੇ ਕੋਈ ਉਸ ਸਮੇਂ ਬਾਹਲਾ ਧਿਆਨ ਨਹੀਂ ਸੀ ਦਿੱਤਾ ਅਤੇ ਫਿਰ ਵੀ ਉਹਨੇ ਕੁਝ ਕੁ ਸਮਾਜਿਕ ਸੁਧਾਰ ਕੀਤੇ ਸੀ ਲੋਕਾਂ ਦੀ ਭਲਾਈ ਦੇ ਲਈ। ਉਹ ਕਿਹੜੇ ਕਿਹੜੇ ਸੀਗੇ। ਫਸਟ 'ਤੇ ਹੈਗਾ ਉਹਨੇ ਸ਼ਰਾਬ ਪੀਣ ਦੀ ਨਿਖੇਧੀ ਕੀਤੀ ਸੀ। ਉਸ ਸਮੇਂ ਦਾ ਜਿਹੜਾ ਭਾਰਤ ਸੀ, ਮੱਧਕਾਲੀਨ ਭਾਰਤ, ਉਦੋਂ ਸ਼ਰਾਬ ਬਹੁਤ ਜ਼ਿਆਦਾ ਪੀਤੀ ਜਾਂਦੀ ਸੀ। ਸਮਾਜ ਦੇ ਵਿੱਚ ਸ਼ਰਾਬ ਪੀਣੀ ਇੱਕ ਬਹੁਤ ਵੱਡੀ ਬੁਰਾਈ ਸੀ। ਮੁਸਲਮਾਨ ਸਰਦਾਰ ਸੀ ਅਤੇ ਅਮੀਰ ਸੀ ਜਿਹੜੇ, ਉਹਨਾਂ ਦੇ ਵਿੱਚ ਇਹ ਬੁਰਾਈ ਸੀ ਜਿਹੜੀ ਬਹੁਤ ਜ਼ਿਆਦਾ ਪਾਈ ਜਾਂਦੀ ਸੀ। ਸ਼ੁਰੂ ਦੇ ਵਿੱਚ ਜਿਹੜਾ ਅਲਾਉਦੀਨ ਸੀਗਾ ਉਹ ਆਪ ਵੀ ਸ਼ਰਾਬ ਪੀਂਦਾ ਸੀ ਅਤੇ ਬਾਅਦ ਦੇ ਵਿੱਚ ਉਹਨੇ ਕੀ ਕੀਤਾ ਸੀ, ਆਪ ਵੀ ਸ਼ਰਾਬ ਪੀਣੀ ਬੰਦ ਕਰ ਦਿੱਤੀ ਸੀ ਅਤੇ ਸ਼ਰਾਬ ਦੇ ਜਿਹੜੇ ਸਾਰੇ ਪਿਆਲੇ ਅਤੇ ਬਰਤਨ ਸੀਗੇ ਜਾਂ ਤਾਂ ਉਹ ਤੋੜਤੇ ਸੀ ਜਾਂ ਫਿਰ ਉਹਨਾਂ ਦੇ ਉਹਨੇ ਸਿੱਕੇ ਬਣਾ ਲਏ ਸੀਗੇ। ਸਰਦਾਰਾਂ ਅਤੇ ਲੋਕਾਂ ਨੂੰ ਵੀ ਸ਼ਰਾਬ ਉਹਨੇ ਕੀ ਕਹਿਤਾ ਸੀਗਾ, ਪੀਣ ਤੋਂ ਮਨ੍ਹਾ ਕਰਤਾ ਸੀ ਅਤੇ ਸ਼ਰਾਬ ਬਾਹਰ ਸੁੱਟਣ ਨੂੰ ਕਿਹਾ ਸੀ। ਸ਼ਰਾਬ ਵੇਚਣ ਵਾਲੇ ਹੁੰਦੇ ਸੀ ਜਿਹੜੇ ਅਤੇ ਸ਼ਰਾਬ ਪੀਣ ਵਾਲੇ ਸੀ, ਸਾਰਿਆਂ ਨੂੰ ਖੂਹਾਂ ਦੇ ਵਿੱਚ ਸੁੱਟਿਆ ਜਾਣ ਲੱਗਾ ਸੀ। ਅਤੇ ਪਰ ਫਿਰ ਵੀ ਕਈ ਲੋਕ ਇਹੋ ਜਿਹੇ ਸੀ ਜਿਹੜੇ ਆਪਣੇ ਘਰਾਂ ਦੇ ਵਿੱਚ ਚੋਰੀ ਚੋਰੀ ਸ਼ਰਾਬ ਕੱਢਦੇ ਸੀ ਅਤੇ ਪੀਂਦੇ ਵੀ ਸੀ। ਨੈਕਸਟ ਹੈ ਜਿਹੜਾ ਉਹਨੇ ਕੀ ਕੀਤਾ ਸੀ ਸਮਾਜ ਦੇ ਵਿੱਚ ਸੁਧਾਰ ਕਰਨ ਲਈ, ਜੂਆ ਖੇਡਣ ਦੀ ਨਿਖੇਧੀ ਕੀਤੀ ਸੀ। ਜੂਆ ਖੇਡਣ ਵਾਲਿਆਂ ਨੂੰ ਉਹ ਕੀ ਕਰਦਾ ਸੀ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਸੀ ਉਹਦੇ ਵੱਲੋਂ। ਅਤੇ ਉਹਨੇ ਕਈ ਵੱਡੇ ਵੱਡੇ ਜਿਹੜੇ ਜੁਆਰੀ ਸੀ ਉਹਨਾਂ ਨੂੰ ਰਾਜਧਾਨੀ ਦੇ ਵਿੱਚੋਂ ਵੀ ਕਢਵਾ ਦਿੱਤਾ ਸੀ। ਇਸ ਕਰਕੇ ਉਹਨੇ ਆਪਦੇ ਵੱਲੋਂ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਦਾ ਯਤਨ ਕੀਤਾ ਸੀ। ਨੈਕਸਟ ਹੈਗਾ ਵੇਸ਼ਵਾਪਣ ਦੀ ਨਿਖੇਧੀ। ਅਲਾਉਦੀਨ ਦੇ ਸ਼ਾਸਨ ਦੇ ਵਿੱਚ ਜਿਹੜੇ ਲੋਕ ਸੀ ਉਹ ਵੇਸ਼ਵਾਪਣ ਨੂੰ ਜ਼ਿਆਦਾ ਤਵੱਜੋ ਦਿੰਦੇ ਸੀ ਅਤੇ ਉਹਨੇ ਕੀ ਕੀਤਾ ਸੀ, ਲੋਕਾਂ ਦੇ ਡਿੱਗੇ ਹੋਏ ਚਰਿੱਤਰ ਨੂੰ ਸੁਧਾਰਨ ਦੇ ਵਾਸਤੇ ਵੇਸ਼ਵਾਪਣ ਦੀ ਨਿਖੇਧੀ ਕੀਤੀ ਸੀ। ਅਤੇ ਵੇਸ਼ਵਾਵਾਂ ਨੂੰ ਉਹਨੇ ਹੁਕਮ ਦਿੱਤਾ ਸੀ ਕਿ ਉਹ ਇੱਕ ਨਿਸ਼ਚਿਤ ਉਮਰ ਦੇ ਵਿੱਚ ਜਾ ਕੇ ਵਿਆਹ ਕਰਵਾ ਲੈਣ। ਸੁਲਤਾਨ ਸੀ ਜਿਹੜੇ ਅਤੇ ਉਹਦੇ ਆਦਮੀਆਂ ਅਤੇ ਇਸਤਰੀਆਂ ਨੂੰ ਕਠੋਰ ਦੰਡ ਦਿੰਦਾ ਸੀਗਾ ਜਿਨ੍ਹਾਂ ਦੇ ਆਪਸ ਦੇ ਵਿੱਚ ਕੋਈ ਵੀ ਨਜਾਇਜ਼ ਸੰਬੰਧ ਹੁੰਦੇ ਸੀ। ਉਸ ਤੋਂ ਨੈਕਸਟ ਹੈ ਜਾਦੂਗਰੀ ਦੀ ਨਿਖੇਧੀ। ਅਲਾਉਦੀਨ ਦਾ ਰਾਜ ਸੀ ਜਦੋਂ, ਉਦੋਂ ਜਿਹੜੇ ਜਾਦੂਗਰ ਹੁੰਦੇ ਸੀ, ਜਿਹੜੇ ਸਾਦੇ ਸੁਭਾਅ ਵਾਲੇ ਲੋਕ ਹੁੰਦੇ ਸੀ, ਉਹਨਾਂ ਨੂੰ ਕੀ ਕਰਦੇ ਸੀ, ਉਹ ਵੱਖ ਵੱਖ ਤਰ੍ਹਾਂ ਦੇ ਭਰਮਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਸੀ। ਅਤੇ ਉਹਨੇ ਕੀ ਕੀਤਾ ਸੀ ਫਿਰ, ਆਮ ਲੋਕਾਂ ਨੂੰ ਜਾਦੂਗਰਾਂ ਦੇ ਜ਼ੁਲਮ ਤੋਂ ਬਚਾਉਣ ਵਾਸਤੇ ਜਾਦੂਗਰੀ ਸੀ ਜਿਹੜੀ ਉਹ ਬੰਦ ਕਰਵਾਤੀ ਸੀ। ਇੱਕ ਥਾਂ 'ਤੇ ਅਮੀਰ ਖੁਸਰੋ ਵੀ ਲਿਖਦਾ ਕਿ ਅਲਾਉਦੀਨ ਦੇ ਰਾਜ ਦੇ ਵਿੱਚ ਕਈ ਜਾਦੂਗਰ ਸੀ ਜਿਹੜੇ ਉਹਨਾਂ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਗਿਆ ਸੀ। ਇਹ ਤਾਂ ਸੀਗੇ ਉਹਦੇ ਸਮਾਜ ਦੇ ਵਿੱਚ ਉਹਨੇ ਕੀ ਸੁਧਾਰ ਕੀਤਾ ਸੀ। ਸ਼ਰਾਬ ਪੀਣ ਦੀ ਨਿਖੇਧੀ ਕਰਵਾਤੀ ਸੀ, ਸ਼ਰਾਬ ਪੀਣੀ ਬੰਦ ਕਰਵਾਤੀ ਸੀ ਲੋਕਾਂ ਨੂੰ, ਜੂਆ ਖੇਡਣਾ, ਵੇਸ਼ਵਾਪਣ ਅਤੇ ਜਾਦੂਗਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਸੀ ਉਹਨਾਂ ਨੂੰ ਬੰਦ ਕਰਵਾਤਾ ਸੀ। ਉਸ ਤੋਂ ਨੈਕਸਟ ਹੈ ਉਹਨੇ ਖੇਤੀ ਨਾਲ ਰਿਲੇਟਡ ਸੀ ਜਿਹੜੇ, ਉਹ ਕਿਹੜੇ ਕਿਹੜੇ ਸੁਧਾਰ ਕੀਤੇ ਸੀਗੇ। ਅਲਾਉਦੀਨ ਖਲਜੀ ਦਿੱਲੀ ਸਲਤਨਤ ਦਾ ਪਹਿਲਾ ਰਾਜਾ ਸੀਗਾ ਜਿਹਨੇ ਖੇਤੀ ਨਾਲ ਸੰਬੰਧਿਤ ਸੀ ਜਿਹੜੇ ਉਹ ਸੁਧਾਰ ਕੀਤੇ ਸੀ। ਜਿਹੜੇ ਇਹਨੇ ਸੁਧਾਰ ਕੀਤੇ ਸੀ ਇਹਨਾਂ ਦਾ ਉਦੇਸ਼ ਨਾ ਤਾਂ ਕੋਈ ਆਰਥਿਕ ਸੀ ਅਤੇ ਨਾ ਹੀ ਕੋਈ ਲੋਕਾਂ ਦੀ ਭਲਾਈ ਲਈ ਸੀ। ਇਹਨਾਂ ਸੁਧਾਰਾਂ ਦਾ ਮਤਲਬ ਸੀਗਾ ਰਾਜਨੀਤਿਕ ਅਤੇ ਸੈਨਿਕ ਲੋੜਾਂ ਪੂਰੀਆਂ ਕਰਨੀਆਂ। ਰਾਜੇ ਨੂੰ ਆਪਦੀਆਂ ਸੈਨਿਕ ਲੋੜਾਂ ਪੂਰੀਆਂ ਕਰਨ ਵਾਸਤੇ ਉਹਨੇ ਇਹ ਸੁਧਾਰ ਕੀਤੇ ਸੀਗੇ। ਉਹਨੇ ਸਭ ਤੋਂ ਪਹਿਲਾਂ
ਉਹਦਾ ਜਿਹੜਾ ਮੇਨ ਮੰਤਵ ਸੀਗਾ ਸੁਧਾਰ ਕਰਨ ਦਾ, ਉਹ ਸੀਗਾ ਸਾਮਰਾਜ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਅਤੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ ਖੇਤੀ ਸੰਬੰਧੀ ਸੁਧਾਰ ਕੀਤੇ ਸੀ ਉਹਨੇ ਸਾਰਿਆਂ ਤੋਂ ਪਹਿਲਾਂ ਲਗਭਗ 1300 ਈਸਵੀ ਦੇ ਵਿੱਚ ਸਰਦਾਰਾਂ ਅਤੇ ਉੱਚ ਅਧਿਕਾਰੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ ਉਹਨੇ ਇਹੋ ਜਿਹੇ ਕੰਮ ਸੀ ਜਿਹੜੇ ਉਹ ਕਰਨੇ ਸ਼ੁਰੂ ਕਰਤੇ ਸੀ। ਸਭ ਤੋਂ ਪਹਿਲਾਂ ਉਹਨੇ ਅਮੀਰਾਂ, ਸਰਦਾਰਾਂ ਅਤੇ ਧਾਰਮਿਕ ਵਰਗ ਦੇ ਜਿਹੜੇ ਵੀ ਆਗੂ ਸੀਗੇ ਸਾਰਿਆਂ ਦੀਆਂ ਜ਼ਮੀਨਾਂ ਖੋਹ ਲਈਆਂ ਸੀ, ਜਿਹੜੀਆਂ ਉਹਨਾਂ ਨੂੰ ਇਨਾਮ ਦੇ ਵਜੋਂ ਜਾਂ ਭੇਟਾ ਦੇ ਵਜੋਂ ਮਿਲੀਆਂ ਹੋਈਆਂ ਸੀ। ਜਿਹੜੀਆਂ ਜ਼ਮੀਨਾਂ ਉਹਨੇ ਖੋਹੀਆਂ ਸੀ ਉਹ ਸਾਰੀਆਂ ਜ਼ਮੀਨਾਂ ਨੂੰ ਉਹਨੇ ਕੀ ਕੀਤਾ ਸੀ, ਖਾਲਸਾ ਜ਼ਮੀਨਾਂ ਬਣਾਤਾ ਸੀ। ਭਾਵ ਕਿ ਉਹ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਰਾਜੇ ਦੀ ਮਾਲਕੀ ਹੈ, ਉਹ ਜ਼ਮੀਨਾਂ ਰਾਜੇ ਦੇ ਅਧੀਨ ਨੇ ਸਾਰੀਆਂ। ਅਤੇ ਉਹਨੇ ਉਹਨਾਂ ਬੰਦਿਆਂ ਤੋਂ ਵੀ ਜ਼ਮੀਨਾਂ ਖੋਲ੍ਹੀਆਂ ਸੀ ਜਿਨ੍ਹਾਂ ਨੇ ਰਾਜਗੱਦੀ ਪ੍ਰਾਪਤ ਕਰਨ ਵੇਲੇ ਉਹਦਾ ਸਮਰਥਨ ਦਿੱਤਾ ਸੀਗਾ। ਉਹਨਾਂ ਸਾਰਿਆਂ ਤੋਂ ਵੀ ਜ਼ਮੀਨਾਂ ਖੋਲ੍ਹੀਆਂ ਸੀ। ਉਹਦਾ ਕਾਰਨ ਕੀ ਸੀ? ਉਹਨੂੰ ਲੱਗਦਾ ਸੀ ਕਿ ਜਿਹੜੇ ਅਮੀਰ ਅਤੇ ਸਰਦਾਰ ਨੇ ਵੀ ਉਹਨਾਂ ਦੀ ਆਮਦਨ ਦੇ ਜਿਹੜੇ ਸਾਧਨ ਨੇ, ਜੇ ਮੈਂ ਉਹ ਘਟਾ ਦੇਵਾਂਗਾ ਤਾਂ ਉਹ ਕੀ ਆ, ਮੇਰੇ ਵਿਰੁੱਧ ਹੋਰ ਸੈਨਿਕ ਭਰਤੀ ਨਹੀਂ ਕਰ ਸਕਣਗੇ ਅਤੇ ਨਾ ਹੀ ਉਹਨਾਂ ਦੇ ਕੋਲ ਵਿਦਰੋਹ ਕਰਨ ਲਈ ਆਰਥਿਕ ਸਾਧਨ ਹੋਣਗੇ। ਉਸ ਤੋਂ ਬਾਅਦ ਉਹਨੇ ਪਿੰਡ ਦੇ ਮੁਖੀਆਂ ਨੂੰ ਆਦੇਸ਼ ਦਿੱਤਾ ਸੀ ਕਿ ਪਿੰਡ ਦੇ ਮੁਖੀ ਨੇ ਜਿਹੜੇ, ਜਿਵੇਂ ਮੁਕੱਦਮ ਹੁੰਦੇ ਨੇ, ਜ਼ਿਮੀਂਦਾਰ, ਸਾਰਿਆਂ ਦੇ ਅਧਿਕਾਰ ਖੋਹ ਲਏ ਜਾਣ। ਅਤੇ ਇਹ ਲੋਕ ਕੀ ਕਰਦੇ ਹੁੰਦੇ ਸੀ, ਕਿਸਾਨਾਂ ਤੋਂ ਟੈਕਸ ਇਕੱਠਾ ਕਰਦੇ ਸੀ, ਨਜਾਇਜ਼ ਢੰਗ ਦੇ ਨਾਲ ਬਹੁਤ ਸਾਰਾ ਧਨ ਇਕੱਠਾ ਕਰ ਲੈਂਦੇ ਸੀ ਅਤੇ ਆਪ ਅੱਗੇ ਜਿਹੜਾ ਭੂਮੀ ਦਾ ਟੈਕਸ ਹੁੰਦਾ ਸੀ, ਜਜੀਆ ਵਗੈਰਾ ਟੈਕਸ, ਉਹਦੀ ਪੂਰੀ ਤਰ੍ਹਾਂ ਅਦਾਇਗੀ ਨਹੀਂ ਕਰਦੇ ਸੀ। ਉਹ ਕੀ ਕਰਦੇ ਸੀ ਫਿਰ, ਸਰਕਾਰ ਦਾ ਜਿਹੜਾ ਟੈਕਸ ਹੁੰਦਾ ਸੀ ਉਹ ਵੀ ਕੋਈ ਪਰਵਾਹ ਨਹੀਂ ਕਰਦੇ ਸੀ ਉਹਦੀ ਕਿ ਸਰਕਾਰ ਨੂੰ ਦੇਣਾ ਜਾਂ ਨਹੀਂ ਦੇਣਾ। ਉਹਨੇ ਅਲਾਉਦੀਨ ਨੇ ਆਦੇਸ਼ ਦਿੱਤਾ ਸੀਗਾ ਕਿ ਮੁਕੱਦਮ ਨੇ ਜਿਹੜੇ ਅਤੇ ਜ਼ਿਮੀਂਦਾਰ ਨੇ ਉਹਨਾਂ ਨੂੰ ਸਧਾਰਨ ਜਿਹੜੇ ਆਮ ਕਿਸਾਨ ਨੇ ਉਹਨਾਂ ਦੇ ਬਰਾਬਰ ਹੀ ਰੱਖਿਆ ਜਾਵੇ ਅਤੇ ਉਹਨਾਂ ਨੂੰ ਟੈਕਸ ਇਕੱਠਾ ਕਰਨ ਤੋਂ ਵਾਂਝੇ ਕਰ ਦਿੱਤਾ ਜਾਵੇ। ਅਤੇ ਉਹਨਾਂ ਨੂੰ ਆਮ ਕਿਸਾਨਾਂ ਵਾਂਗ ਹੀ, ਜਿਵੇਂ ਦੂਜੇ ਕਿਸਾਨ ਟੈਕਸ ਦਿੰਦੇ ਨੇ ਰਾਜੇ ਨੂੰ, ਉਸ ਤਰ੍ਹਾਂ ਹੀ ਉਹਨਾਂ ਨੂੰ ਵੀ ਟੈਕਸ ਦੇਣਾ ਪਵੇਗਾ। ਉਸ ਤੋਂ ਬਾਅਦ ਜਿਹੜੇ ਕਾਫੀ ਸਾਰੇ ਮੁਕੱਦਮ ਸੀ ਅਤੇ ਜ਼ਿਮੀਂਦਾਰ ਸੀ ਉਹ ਹਿੰਦੂ ਸੀਗੇ ਅਤੇ ਜਿਹੜਾ ਰਾਜਾ ਸੀ ਉਹਨੇ ਆਦੇਸ਼ ਦਿੱਤਾ ਸੀ ਅਤੇ ਉਹਨਾਂ ਦੀ ਸ਼ਕਤੀ ਅਤੇ ਧਨ ਦੌਲਤ ਸਾਰਾ ਕੁਛ ਸੀਗਾ ਉਹ ਘਟ ਗਿਆ ਸੀ। ਅਤੇ ਉਹਦਾ ਕਾਰਨ ਕੀ ਹੋਇਆ ਸੀ ਵੀ ਉਹ ਜਿਹੜੇ ਮੁਕੱਦਮ ਸੀ ਅਤੇ ਜ਼ਿਮੀਂਦਾਰ ਸੀ ਉਹ ਹੁਣ ਰਾਜੇ ਵਾਸਤੇ ਕੋਈ ਖਤਰਾ ਨਹੀਂ ਸੀ ਰਹੇ। ਉਹ ਹੁਣ ਘੋੜਿਆਂ 'ਤੇ ਵੀ ਨਹੀਂ ਸਵਾਰ ਹੋ ਸਕਦੇ ਸੀ, ਚੰਗੇ ਕੱਪੜੇ ਵੀ ਨਹੀਂ ਪਾ ਸਕਦੇ ਸੀ ਅਤੇ ਆਪਣੀ ਜਿਹੜੀ ਉਹਨਾਂ ਦੀ ਭੋਗ ਵਿਲਾਸੀ ਦੀ ਆਦਤ ਸੀ ਉਹਦੇ ਉੱਪਰ ਵੀ ਪੈਸਾ ਨਹੀਂ ਸੀ ਖਰਚ ਸਕਦੇ। ਉਹ ਤੋਂ ਬਾਅਦ ਫਿਰ ਅਲਾਉਦੀਨ ਖਿਲਜੀ ਨੇ ਭੂਮੀ ਦਾ ਟੈਕਸ ਨਿਸ਼ਚਿਤ ਕਰਨ ਵਾਸਤੇ ਇੱਕ ਮਿਣਤੀ ਪ੍ਰਥਾ ਚਲਾਈ ਸੀਗੀ। ਪੇਮਾਇਸ਼ ਕਰਾਉਣ ਦੇ ਵਾਸਤੇ ਇੱਕ ਪ੍ਰਥਾ ਚਲਾਈ ਸੀ ਜਿਹਦੇ ਵਿੱਚ ਸਰਦਾਰਾਂ, ਜ਼ਿਮੀਂਦਾਰਾਂ, ਮੁਕੱਦਮਾਂ ਅਤੇ ਆਮ ਕਿਸਾਨਾਂ ਦੇ ਉੱਤੇ ਇੱਕੋ ਜਿਹੀ ਪ੍ਰਣਾਲੀ ਲਾਗੂ ਕੀਤੀ ਗਈ ਸੀ। ਉਹ ਸੀ ਜਿਹੜਾ ਬੰਦਾ, ਇਹ ਅਲਾਉਦੀਨ ਖਿਲਜੀ ਪਹਿਲਾ ਇਹੋ ਜਿਹਾ ਰਾਜਾ ਸੀ ਜਿਹਨੇ ਭੂਮੀ ਦੀ ਮਿਣਤੀ ਦੇ ਆਧਾਰ 'ਤੇ ਭੂਮੀ ਟੈਕਸ ਨਿਸ਼ਚਿਤ ਕੀਤਾ ਸੀ ਵੀ ਕਿੰਨੀ ਜ਼ਮੀਨ ਹੈ ਕਿਸੇ ਕੋਲੇ, ਉਸ ਹਿਸਾਬ ਨਾਲ ਹੀ ਅਗਲਾ ਜਿਹੜਾ ਉਹ ਟੈਕਸ ਦੇਊਗਾ। ਜਿਹੜਾ ਟੈਕਸ ਸੀਗਾ ਉਹ ਸਾਰੇ ਜ਼ਿਮੀਂਦਾਰਾਂ ਅਤੇ ਕਿਸਾਨਾਂ ਲਈ ਕੀ ਕਰਤਾ ਸੀ, ਉਹਨੇ ਜਿੰਨੀ ਵੀ ਉਹਨਾਂ ਦੀ ਫਸਲ ਦੀ ਪੈਦਾਵਾਰ ਹੁੰਦੀ ਸੀ ਉਹਦਾ ਅੱਧਾ ਹਿੱਸਾ ਨਿਯੁਕਤ ਕਰਤਾ ਸੀ ਉਹਨੇ। ਅਲਾਉਦੀਨ ਤੋਂ ਪਹਿਲਾਂ ਸੀ ਜਿਹੜੇ ਰਾਜੇ, ਉਹ ਜਿਹੜੇ ਟੈਕਸ ਲੈਂਦੇ ਸੀ ਲੋਕਾਂ ਤੋਂ, ਉਹ ਆਮ ਤੌਰ 'ਤੇ ਹੁੰਦਾ ਸੀ ਪੈਦਾਵਾਰ ਦਾ ਚੌਥਾ ਹਿੱਸਾ ਜਾਂ ਤੀਜਾ ਹਿੱਸਾ। ਪਰ ਅਲਾਉਦੀਨ ਨੇ ਇਹ ਜਿਹੜੀ ਦਰ ਸੀ ਵਧਾ ਕੇ ਅੱਧਾ ਹਿੱਸਾ ਕਰ ਦਿੱਤੀ ਸੀ। ਜਿੰਨਾ ਵੀ ਟੈਕਸ ਨਿਸ਼ਚਿਤ ਕੀਤਾ ਜਾਂਦਾ ਸੀ ਉਹਨੂੰ ਸਖਤੀ ਦੇ ਨਾਲ ਵਸੂਲ ਕਰਨ ਦੇ ਹੁਕਮ ਦਿੱਤੇ ਜਾਂਦੇ ਸੀ। ਪੈਦਾਵਾਰ ਦਾ ਅੱਧਾ ਹਿੱਸਾ ਸਰਕਾਰ ਨੂੰ ਦੇ ਕੇ ਜਿਹੜੇ ਆਮ ਕਿਸਾਨ ਹੁੰਦੇ ਸੀ ਉਹਨਾਂ ਕੋਲ ਬਹੁਤ ਜ਼ਿਆਦਾ ਘੱਟ ਧਨ ਰਹਿ ਜਾਂਦਾ ਸੀਗਾ ਅਤੇ ਸਰਦਾਰ ਅਤੇ ਜ਼ਿਮੀਂਦਾਰ ਕਿਸਾਨਾਂ ਤੋਂ ਕੀ ਕਰਦੇ ਸੀ, ਹੁਣ ਨਜਾਇਜ਼ ਰਕਮ ਵੀ ਨਹੀਂ ਲੈ ਸਕਦੇ ਸੀ ਅਤੇ ਆਪਣੀ ਜ਼ਮੀਨ ਦੀ ਪੈਦਾਵਾਰ ਦੇ ਲਗਾਨ ਦਾ ਜਿਹੜਾ ਪੂਰਾ ਹਿੱਸਾ ਸੀ ਅੱਧਾ ਦੇਣ ਲਈ ਉਹਨਾਂ ਦੀ ਆਰਥਿਕ ਸਥਿਤੀ ਵੀ ਆਮ ਕਿਸਾਨਾਂ ਵਰਗੀ ਹੋ ਗਈ ਸੀ ਜਿਹੜੇ ਮੁਕੱਦਮ ਅਤੇ ਜ਼ਿਮੀਂਦਾਰ ਸੀ। ਜਿਹੜਾ ਇਹ ਟੈਕਸ ਲਿਆ ਜਾਂਦਾ ਸੀ, ਨਕਦੀ ਲਿਆ ਜਾਂਦਾ ਸੀ ਜਾਂ ਫਿਰ ਅਨਾਜ ਦੇ ਰੂਪ ਵਿੱਚ ਲਿਆ ਜਾਂਦਾ ਸੀ, ਕਿਉਂਕਿ ਰਾਜੇ ਨੂੰ ਲੱਗਦਾ ਸੀ ਕਿ ਸ਼ਾਹੀ ਗੋਦਾਮਾਂ ਦੇ ਵਿੱਚ ਕਾਫੀ ਸਾਰਾ ਅਨਾਜ ਹੈ ਜਿਹੜਾ ਉਹ ਇਕੱਠਾ ਕਰ ਲਿਆ ਜਾਵੇ। ਅਤੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਸੀ ਕਿ ਰਾਜਧਾਨੀ ਦੇ ਨੇੜੇ ਜਿਹੜੇ ਉਪਜਾਊ ਖੇਤਰ ਹੁੰਦੇ ਸੀ, ਜਿਹੜਾ ਅਨਾਜ ਦੇ ਰੂਪ ਟੈਕਸ ਹੁੰਦਾ ਸੀ ਅਨਾਜ ਦੇ ਰੂਪ ਵਿੱਚ ਇਕੱਠਾ ਹੁੰਦਾ ਸੀ, ਸਾਰੇ ਨੂੰ ਇਕੱਠਾ ਕਰਕੇ ਉੱਥੇ ਜਮ੍ਹਾਂ ਕਰ ਲੈਂਦਾ ਸੀ। ਜਿਹੜੀ ਖੇਤੀਯੋਗ ਭੂਮੀ ਹੁੰਦੀ ਸੀ ਉੱਥੋਂ ਜਿਹੜੀ ਪੈਦਾਵਾਰ ਹੁੰਦੀ ਸੀ ਉਹ ਤੋਂ ਇਲਾਵਾ ਜਿਹੜੇ ਚਰਨ ਵਾਲੇ ਪਸ਼ੂਆਂ ਦੇ ਉੱਤੇ ਵੀ ਟੈਕਸ ਲਾਇਆ ਜਾਂਦਾ ਸੀਗਾ। ਇਹਦਾ ਨੁਕਸਾਨ ਸੀ ਜਿਹੜਾ ਸਭ ਤੋਂ ਜ਼ਿਆਦਾ ਸਰਦਾਰਾਂ, ਜ਼ਿਮੀਂਦਾਰਾਂ ਅਤੇ ਮੁਕੱਦਮਾਂ ਨੂੰ ਹੀ ਹੋਇਆ ਸੀ, ਕਿਉਂਕਿ ਉਹਨਾਂ ਦੀ ਜਿਹੜੀ ਘਾਹ ਚਰਨ ਵਾਲੀ ਭੂਮੀ ਸੀ ਉਹ ਤੋਂ ਜਿਹੜੀ ਆਮਦਨ ਹੁੰਦੀ ਸੀ ਅਤੇ ਉਹ ਆਮਦਨ ਵੀ ਉਹ
ਆਪਣੇ ਪਸ਼ੂਆਂ ਨੂੰ ਚਾਰਨ ਵਾਸਤੇ ਉਹਦੀ ਵਧੇਰੇ ਵਰਤੋਂ ਕਰਦੇ ਸੀ। ਉਹ ਆਮਦਨ ਵੀ ਕੀ ਹੋ ਗਿਆ ਸੀ, ਹੌਲੀ ਹੌਲੀ ਘਟ ਗਈ ਸੀ। ਤੇ ਉਸ ਤੋਂ ਬਾਅਦ ਅਲਾਉਦੀਨ ਨੇ ਫਿਰ ਦੀਵਾਨ-ਏ-ਮੁਸਤਖਰਾਜ ਨਾਮਕ ਇੱਕ ਵਿਸ਼ੇਸ਼ ਲਗਾਨ ਵਿਭਾਗ ਦੀ ਸਥਾਪਨਾ ਕੀਤੀ ਸੀ। ਲਗਾਨ ਵਿਭਾਗ ਬਣਾਇਆ ਸੀ ਜਿਹਦਾ ਨਾਮ ਸੀਗਾ ਦੀਵਾਨ-ਏ-ਮੁਸਤਖਰਾਜ, ਜਿਹਦੇ ਵਿੱਚ ਉਹਨੇ ਇਮਾਨਦਾਰ ਅਧਿਕਾਰੀ ਸੀ ਜਿਹੜੇ ਉਹੀ ਨਿਯੁਕਤ ਕੀਤੇ ਸੀ। ਤੇ ਇਹਨਾਂ ਅਧਿਕਾਰੀਆਂ ਦੀ ਦੇਖ ਰੇਖ ਦੇ ਵਿੱਚ ਹੀ ਜਿੰਨਾ ਭੂਮੀ ਟੈਕਸ ਸੀਗਾ ਉਹ ਇਕੱਠਾ ਕੀਤਾ ਜਾਂਦਾ ਸੀ, ਤੇ ਬਕਾਇਆ ਰਕਮਾਂ ਸੀ ਜਿਹੜੀਆਂ ਟੈਕਸ ਦੀਆਂ ਉਹ ਵੀ ਜਲਦੀ ਵਸੂਲ ਕਰ ਲਈਆਂ ਜਾਂਦੀਆਂ ਸੀ। ਜਿਹੜੇ ਆਮਿਲ ਹੁੰਦੇ ਸੀ ਤੇ ਕਾਰਕੁਨ ਜੇ ਰੱਖੇ ਹੁੰਦੇ ਸੀ ਇਹਨੇ, ਉਹ ਵੀ ਪੂਰੀ ਲਗਾਨ ਦੀ ਰਕਮ ਸੀ ਜਿਹੜੀ ਉਹ ਵਸੂਲ ਨਹੀਂ ਸੀ ਕਰਦੇ। ਜਦੋਂ ਉਹ ਵਸੂਲ ਨਹੀਂ ਸੀ ਕਰਦੇ ਫਿਰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਜਿਹੜੇ ਪਟਵਾਰੀ ਹੁੰਦੇ ਸੀ ਤੇ ਲਗਾਨ ਵਿਭਾਗ ਦੇ ਦੂਜੇ ਛੋਟੇ-ਮੋਟੇ ਅਧਿਕਾਰੀ ਹੁੰਦੇ ਸੀ, ਉਹਨਾਂ ਦੀਆਂ ਤਨਖਾਹਾਂ ਵਧਾਤੀਆਂ ਸੀ ਤਾਂ ਜੋ ਉਹਨੂੰ ਲੱਗਦਾ ਸੀ ਕਿ ਇਹ ਰਿਸ਼ਵਤ ਨਾ ਲੈਣ ਤੇ ਜਿਹੜੇ ਵੀ ਉਹਨਾਂ ਨੂੰ ਕੰਮ ਸੌਂਪੇ ਹੋਏ ਨੇ ਉਹ ਇਮਾਨਦਾਰੀ ਦੇ ਨਾਲ ਕਰ ਸਕਣ। ਰਾਜਾ ਆਪ ਵੀ ਕੀ ਕਰਦਾ ਸੀ, ਲਗਾਨ ਵਿਭਾਗ ਦੇ ਜਿਹੜੇ ਵੀ ਅਧਿਕਾਰੀ ਸੀ ਉਹਨਾਂ ਦੇ ਉੱਤੇ ਪੂਰੀ ਕਰੜੀ ਨਿਗਾਹ ਰੱਖਦਾ ਹੁੰਦਾ ਸੀਗਾ। ਇੱਥੋਂ ਤੱਕ ਕਿ ਉਹ ਕਈ ਵਾਰੀ ਪਟਵਾਰੀਆਂ ਦੀਆਂ ਵਹੀਆਂ ਵੀ ਆਪ ਚੈੱਕ ਕਰ ਲੈਂਦਾ ਹੁੰਦਾ ਸੀ ਕਿ ਜੇ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਸੀ ਤਾਂ ਉਹਨਾਂ ਨੂੰ ਫਿਰ ਸਖਤ ਸਜ਼ਾਵਾਂ ਦਿੰਦਾ ਹੁੰਦਾ ਸੀ। ਅਜਿਹੀਆਂ ਸਜ਼ਾਵਾਂ ਦੇ ਕਾਰਨ ਜਿਹੜੇ ਲਗਾਨ ਅਧਿਕਾਰੀ ਸੀਗੇ ਉਹ ਆਪਣੀਆਂ ਨੌਕਰੀਆਂ ਨੂੰ ਕੀ ਸਮਝਦੇ ਸੀ, ਪਲੇਗ ਦੀ ਬਿਮਾਰੀ ਤੋਂ ਵੀ ਭੈੜੀ ਨੌਕਰੀ ਸਮਝਦੇ ਸੀ ਪਟਵਾਰੀ ਦੀ। ਅਲਾਉਦੀਨ ਸਰਦਾਰਾਂ ਤੇ ਅਧਿਕਾਰੀਆਂ ਨੂੰ ਜਗੀਰਾਂ ਦੇਣ ਦੇ ਵਿਰੁੱਧ ਸੀਗਾ। ਉਹ ਕਹਿੰਦਾ ਸੀਗਾ ਵੀ ਇਹਨਾਂ ਨੂੰ ਜਗੀਰਾਂ ਨਾ ਦਿੱਤੀਆਂ ਜਾਣ। ਜੇ ਇਹਨਾਂ ਨੂੰ ਮੈਂ ਜਗੀਰਾਂ ਦੇ ਦੂੰਗਾ ਤਾਂ ਇਹ ਮੇਰੇ ਲਈ ਰਾਜਨੀਤਿਕ ਖਤਰਾ ਖੜਾ ਕਰ ਲੈਣਗੇ, ਕਿਉਂਕਿ ਜਿਹੜੇ ਜਗੀਰਦਾਰ ਹੁੰਦੇ ਸੀਗੇ ਆਪਸ ਦੇ ਵਿੱਚ ਉਹ ਗੱਠਜੋੜ ਕਰ ਲੈਂਦੇ ਸੀ ਤੇ ਵਿਰੋਧੀ ਦਲ ਬਣਾ ਲੈਂਦੇ ਸੀ। ਉਹਨੇ ਇਹ ਰੂਲ ਬਣਾ ਲਿਆ ਸੀ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਸਾਰੇ ਅਧਿਕਾਰੀਆਂ ਨੂੰ ਨਕਦ ਤਨਖਾਹਾਂ ਦਿੱਤੀਆਂ ਜਾਣ, ਕਿਉਂਕਿ ਉਹਦੀ ਬਹੁਤ ਵੱਡੀ ਸੈਨਾ ਸੀ ਤੇ ਸਾਰੇ ਸੈਨਿਕਾਂ ਨੂੰ ਉਹ ਕੀ ਕਰਦਾ ਸੀ, ਨਕਦੀ ਰੂਪ ਦੇ ਵਿੱਚ ਤਨਖਾਹਾਂ ਦਿੰਦਾ ਸੀ। ਆਮ ਤੌਰ 'ਤੇ ਸਾਰੇ ਸਿਵਲ ਤੇ ਸੈਨਿਕ ਅਧਿਕਾਰੀਆਂ ਨੂੰ ਵੀ ਨਕਦੀ ਰੂਪ ਦੇ ਵਿੱਚ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਉਹਦੇ ਸ਼ਾਸਨ ਕਾਲ ਦੇ ਵਿੱਚ ਇਕੱਲਾ ਮਲਿਕ ਕਫੂਰ ਹੀ ਸੀਗਾ ਜਿਹਨੂੰ ਸ਼ਾਨਾ-ਏ-ਮੰਡੀ ਵਜੋਂ ਨਿਯੁਕਤੀ ਤੋਂ ਬਾਅਦ ਇਕੱਲੇ ਨੂੰ ਜਗੀਰ ਮਿਲੀ ਹੋਈ ਸੀ। ਬਾਕੀ ਸਾਰੇ ਜਿੰਨੇ ਵੀ ਸੈਨਿਕ ਸੀ ਸਾਰਿਆਂ ਨੂੰ ਨਕਦੀ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਜਦੋਂ ਉਹਨੇ ਖੇਤੀ ਦੇ ਵਿੱਚ ਲਗਾਨ ਸੰਬੰਧੀ ਸੁਧਾਰ ਕੀਤੇ ਸੀ ਤਾਂ ਇਹ ਜਿਹੜੇ ਸੁਧਾਰ ਸੀ ਉਹ ਸਾਰੇ ਪੂਰੇ ਸਾਮਰਾਜ ਦੇ ਵਿੱਚ ਨਹੀਂ ਸੀ ਲਾਗੂ ਹੋਏ। ਇਹ ਸੁਧਾਰ ਸੀ ਜਿਹੜੇ ਦਿੱਲੀ, ਦੁਆਬ, ਪੂਰਬੀ ਰੋਹੇਤਖੰਡ, ਮਾਲਵਾ ਤੇ ਰਾਜਪੂਤਾਨਾ ਤੇ ਥੋੜ੍ਹੇ ਜਿਹੇ ਪੰਜਾਬ ਦੇ ਵਿੱਚ ਹੀ ਸ਼ੁਰੂ ਹੋਏ ਸੀ। ਬਾਕੀ ਜਿਹੜਾ ਉੱਪਰਲਾ ਏਰੀਆ ਸੀ ਨਾਰਥ ਸਾਈਡ ਵਾਲਾ, ਅਵਧ, ਬਿਹਾਰ, ਗੁਜਰਾਤ, ਮੁਲਤਾਨ, ਇੱਥੇ ਇਹ ਸੁਧਾਰ ਸੀ ਜਿਹੜੇ ਇਹ ਲਾਗੂ ਨਹੀਂ ਸੀ ਹੋਏ। ਇਹ ਜਿਹੜਾ ਇਹਦਾ ਸੁਧਾਰਾਂ ਦਾ ਕੰਮ ਸੀ ਅਲਾਉਦੀਨ ਖਲਜੀ ਦਾ, ਉਹ ਉਹਦਾ ਇੱਕ ਨਾਇਬ ਵਜ਼ੀਰ ਸੀਗਾ ਸ਼ਰਫਕਾਈ, ਉਹਨੇ ਸਿਰੇ ਚੜ੍ਹਾਏ ਸੀ ਇਹ। ਜਿਹੜੇ ਵੀ ਅਲਾਉਦੀਨ ਖਲਜੀ ਨੇ ਖੇਤੀ ਸੰਬੰਧੀ ਸੁਧਾਰ ਕੀਤੇ ਸੀ, ਜਿੰਨੇ ਵੀ ਇਹ ਸੁਧਾਰ ਕੀਤੇ ਸੀ, ਜ਼ਬਤ ਕਰ ਲਈਆਂ ਸੀ ਜ਼ਮੀਨਾਂ, ਪਿੰਡ ਦੇ ਮੁਖੀਆਂ ਤੋਂ ਅਧਿਕਾਰ ਖੋਲ੍ਹੇ ਸੀ, ਭੂਮੀ ਦੀ ਪਮੈਸ਼ ਪ੍ਰਣਾਲੀ ਚਲਾਤੀ ਸੀ, ਟੈਕਸ ਵਧਾਤਾ ਸੀ, ਪਸ਼ੂਆਂ 'ਤੇ ਵੀ ਟੈਕਸ ਲਾਉਣਾ ਸ਼ੁਰੂ ਕਰਤਾ ਸੀ ਤੇ ਪਟਵਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਤਾ ਸੀ। ਇਹ ਜਿਹੜੇ ਸੁਧਾਰ ਸੀ ਉਹਨੇ ਆਪਦੇ ਰਾਜ ਨੂੰ ਮਜ਼ਬੂਤ ਕਰਨ ਵਾਸਤੇ ਕੀਤੇ ਸੀ। ਟੈਕਸ ਵਧਾਤਾ ਸੀ ਤਾਂ ਕਿ ਜਿਹੜੇ ਉਹਦੇ ਬਰਾਬਰ ਦੇ ਲੋਕ ਨੇ, ਸਰਦਾਰ ਤੇ ਜ਼ਿਮੀਂਦਾਰ, ਉਹਦੀ ਜਿਹੜੀ ਸਲਤਨਤ ਨੂੰ ਆ ਖਤਰਾ ਨਾ ਪੈਦਾ ਕਰ ਸਕਣ। ਇਸ ਤੋਂ ਬਾਅਦ ਜਿਹੜੇ ਵੀ ਅਲਾਉਦੀਨ ਖਲਜੀ ਨੇ ਸੁਧਾਰ ਕੀਤੇ ਸੀ ਉਹਨਾਂ ਦੀ ਇੰਪੋਰਟੈਂਸ ਕੀ ਸੀ, ਉਹਨਾਂ ਦੇ ਪ੍ਰਭਾਵ ਕੀ ਪਏ। ਅਲਾਉਦੀਨ ਦੀ ਸਥਿਤੀ ਸੀ ਜਿਹੜੀ ਤੇ ਇਹਦੇ ਨਾਲ ਕਾਫੀ ਸਾਰੇ ਪ੍ਰਭਾਵ ਪਏ ਸੀ ਉਹਦੀ ਰਾਜ ਦੇ ਉੱਪਰ। ਜਿਵੇਂ ਸਰਦਾਰਾਂ, ਜ਼ਿਮੀਂਦਾਰਾਂ 'ਤੇ ਮੁਕੱਦਮ ਸੀ, ਜਿਹੜੇ ਚੌਧਰੀ ਵਗੈਰਾ ਸੀ, ਸਾਰੇ ਜਿਨ੍ਹਾਂ ਤੋਂ ਜ਼ਮੀਨਾਂ ਖੋਹਲੀਆਂ ਸੀ, ਉਹਨਾਂ ਦੇ ਹੱਕ ਖੋਲ੍ਹੇ ਸੀ। ਉਹਨਾਂ ਦੀ ਆਰਥਿਕ ਸਥਿਤੀ ਸੀ ਜਿਹੜੀ ਕਾਫੀ ਕਮਜ਼ੋਰ ਹੋ ਗਈ ਸੀ, ਕਿਉਂਕਿ ਨਾ ਤਾਂ ਹੁਣ ਉਹ ਹਥਿਆਰ ਖਰੀਦ ਸਕਦੇ ਸੀ ਅਤੇ ਨਾ ਹੀ ਸੈਨਿਕਾਂ ਨੂੰ ਆਪਣੀ ਸੇਵਾ ਦੇ ਵਿੱਚ ਉਹ ਭਰਤੀ ਕਰ ਸਕਦੇ ਸੀ, ਅਤੇ ਨਾ ਹੀ ਉਹ ਵਿਦਰੋਹ ਕਰਨ ਜੋਗੇ ਰਹੇ ਸੀ। ਉਹਨਾਂ ਦੀ ਸਥਿਤੀ ਇਹੋ ਜਿਹੀ ਹੋ ਗਈ ਸੀ ਕਿ ਉਹ ਰਾਜੇ ਦੇ ਵਿਰੁੱਧ ਵਿਦਰੋਹ ਨਹੀਂ ਕਰ ਸਕਦੇ ਸੀ। ਸਾਮਰਾਜ ਦੇ ਵਿੱਚ ਉਹਨੇ ਅੰਦਰੂਨੀ ਸ਼ਾਂਤੀ ਕਾਇਮ ਕਰ ਲਈ ਸੀਗੀ। ਕੁੱਲ ਮਿਲਾ ਕੇ ਕਿਸਾਨਾਂ ਨੂੰ ਸਰਦਾਰਾਂ, ਜ਼ਿਮੀਂਦਾਰਾਂ 'ਤੇ ਮੁਕੱਦਮਾਂ ਤੋਂ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਸੀ ਕਿਸਾਨਾਂ ਦਾ, ਉਹ ਤੋਂ ਵੀ ਰਾਹਤ ਮਿਲ ਗਈ ਸੀਗੀ। ਪਰਗਨਿਆਂ ਤੇ ਪਿੰਡਾਂ ਦੇ ਮੁਖੀ ਸੀ ਜਿਹੜੇ ਕਿਸਾਨਾਂ ਤੋਂ ਟੈਕਸ ਇਕੱਠਾ ਕਰਨ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਸੀ, ਅਤੇ ਜਿਹੜੇ ਪ੍ਰਾਂਤਾਂ ਦੇ ਗਵਰਨਰ ਸੀਗੇ ਉਹਨਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰ ਲਿਆ ਸੀ ਉਹਨੇ। ਉਸ ਤੋਂ ਬਾਅਦ ਫਿਰ ਜਿਹੜੇ ਸਰਕਾਰੀ ਗੋਦਾਮ ਸੀ ਉਹ ਸੀਗੇ ਅਨਾਜ ਦੇ ਨਾਲ ਭਰੇ ਰਹਿਣ ਲੱਗ ਪਏ ਸੀ, ਕਿਉਂਕਿ ਪੈਦਾਵਾਰ ਜਿੰਨੀ ਵੀ ਹੁੰਦੀ ਸੀ ਫਸਲ ਦੀ, ਉਹਦਾ ਅੱਧਾ ਹਿੱਸਾ ਸਰਕਾਰ ਨੂੰ ਮਿਲ ਜਾਂਦਾ ਸੀ ਅਤੇ ਆਮ ਤੌਰ 'ਤੇ ਉਹ ਜਿਹੜੀ ਪੈਦਾਵਾਰ ਸੀ, ਟੈਕਸ ਸੀ, ਉਹ ਅਨਾਜ ਦੇ ਰੂਪ ਵਿੱਚ ਹੀ ਲਿਆ ਜਾਂਦਾ ਸੀ, ਜਿਹਦੇ ਕਰਕੇ ਵੀ ਜਦੋਂ ਵੀ ਕੋਈ ਅਕਾਲ ਵਗੈਰਾ ਪੈ ਜਾਂਦਾ ਤਾਂ ਉਸ ਸਮੇਂ ਅਨਾਜ ਦੀ ਜਿਹੜੀ
ਕਮੀ ਮਹਿਸੂਸ ਨਹੀਂ ਸੀ ਹੁੰਦੀ। ਅਤੇ ਅਜਿਹੀ ਸਥਿਤੀ ਦੇ ਵਿੱਚ ਰਾਸ਼ਨ ਪ੍ਰਣਾਲੀ ਨੂੰ ਵੀ ਉਹਨੇ ਸਫਲਤਾਪੂਰਵਕ ਲਾਗੂ ਕਰਤਾ ਸੀ। ਅਤੇ ਉਸ ਤੋਂ ਬਾਅਦ ਸਰਕਾਰ ਦੀ ਆਮਦਨ ਵੱਧ ਗਈ ਸੀਗੀ ਇਹਦੇ ਨਾਲ, ਅਤੇ ਰਾਜੇ ਨੇ ਕੀ ਕੀਤਾ ਸੀ, ਇੱਕ ਪੂਰੀ ਸ਼ਕਤੀਸ਼ਾਲੀ ਸੈਨਾ ਦਾ ਪੁਨਰਗਠਨ ਕੀਤਾ ਸੀ ਅਤੇ ਮੰਗੋਲਾਂ ਦੇ ਹਮਲਿਆਂ ਦਾ ਸਫਲਤਾਪੂਰਵਕ ਉਹਨੇ ਵਿਰੋਧ ਕਰ ਲਿਆ ਸੀ। ਉਹ ਤੋਂ ਬਾਅਦ ਉਹਨੇ ਕੀ ਕੀਤਾ ਸੀ, ਸੈਨਿਕਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਜਿਹੜੀਆਂ, ਅਤੇ ਉਹਦੇ ਲਈ ਉਹਨੇ ਕੀ ਕੀਤਾ ਸੀ, ਬਾਅਦ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੀਆਂ ਜ਼ਰੂਰੀ ਵਸਤੂਆਂ ਹੁੰਦੀਆਂ ਸੀ ਸਾਰੀਆਂ ਸਸਤੀਆਂ ਕੀਮਤਾਂ 'ਤੇ ਉਹਨਾਂ ਨੂੰ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਸੀ। ਅਤੇ ਮਾਰਕੀਟ 'ਤੇ ਕੰਟਰੋਲ ਸੰਬੰਧੀ ਵੀ ਉਹਨੇ ਕਾਫੀ ਸਾਰੇ ਜਿਹੜੇ ਸੁਧਾਰ ਕੀਤੇ ਸੀ। ਇੱਕ ਕਮੀ ਰਹਿ ਗਈ ਸੀ ਉਹਦੇ ਸੁਧਾਰਾਂ ਦੇ ਵਿੱਚ ਕਿ ਜਿਹੜੇ ਉਹਨੇ ਕਿਸਾਨਾਂ ਦੇ ਲਈ ਸੁਧਾਰ ਕੀਤੇ ਸੀ, ਅਮਲੀ ਰੂਪ ਦੇ ਵਿੱਚ ਕਿਸਾਨਾਂ ਦੀ ਜਿਹੜੀ ਸਥਿਤੀ ਸੀ ਉਹ ਕੋਈ ਜ਼ਿਆਦਾ ਚੰਗੀ ਨਹੀਂ ਸੀ ਹੋ ਸਕੀ, ਕਿਉਂਕਿ ਪੈਦਾਵਾਰ ਦਾ ਅੱਧਾ ਹਿੱਸਾ ਸੀ ਜਿਹੜਾ ਉਹ ਤਾਂ ਸਰਕਾਰ ਨੂੰ ਟੈਕਸ ਦੇ ਰੂਪ ਦੇ ਵਿੱਚ ਚਲਾ ਜਾਂਦਾ ਸੀ, ਅਤੇ ਉਹ ਤੋਂ ਬਾਅਦ ਜਿਹੜੇ ਬਾਕੀ ਹਿੱਸਾ ਰਹਿ ਜਾਂਦਾ ਸੀ ਕਿਸਾਨਾਂ ਦੇ ਕੋਲੇ, ਉਹ ਵੀ ਉਹਨਾਂ ਨੂੰ ਸਸਤੀਆਂ ਕੀਮਤਾਂ 'ਤੇ ਵੇਚਣਾ ਪੈਂਦਾ ਸੀ। ਇਹ ਤੋਂ ਇਲਾਵਾ ਉਹਨਾਂ ਨੂੰ ਹੋਰ ਕਈ ਛੋਟੇ ਮੋਟੇ ਟੈਕਸ ਵੀ ਦੇਣੇ ਪੈਂਦੇ ਸੀ। ਅਤੇ ਅਜਿਹੇ ਹਾਲਾਤ ਦੇ ਵਿੱਚ ਜਿਹੜੇ ਕਿਸਾਨ ਸੀਗੇ ਉਹ ਖੁਸ਼ ਨਹੀਂ ਸੀ। ਉਹ ਜਿਹੜੇ ਸੀਗੇ ਅਲਾਊਦੀਨ ਦੀ ਜਿਹੜੀ ਸਥਿਤੀ ਸੀ ਉਹ ਤੋਂ ਫਰਸਟ੍ਰੇਟ ਹੋ ਗਏ ਸੀਗੇ, ਅਤੇ ਉਹਨਾਂ ਦੇ ਵਿੱਚ ਸੰਤੁਸ਼ਟੀ ਨਹੀਂ ਸੀ, ਅਸੰਤੁਸ਼ਟ ਹੋ ਗਏ ਸੀ ਉਹ। ਤਾਂ ਇਹ ਸੀ ਆਪਣੇ ਅੱਜ ਦੇ 2 ਟੌਪਿਕ, ਸਮਾਜਿਕ ਸੁਧਾਰ ਕਿਹੜੇ ਕਿਹੜੇ ਸੀ ਉਹਦੇ, ਅਤੇ ਖੇਤੀ ਸੰਬੰਧੀ ਸੁਧਾਰ ਕਿਹੜੇ ਕਿਹੜੇ ਸੀ। ਚੌਥਾ ਭਾਗ ਸੀ ਆਪਣਾ ਇਹ। ਅਤੇ ਨੈਕਸਟ ਜਿਹੜੀ ਆਪਣੀ ਵੀਡੀਓ ਹੋਏਗੀ ਅਲਾਊਦੀਨ ਖਿਲਜੀ ਵਾਲੀ, ਉਹਦਾ 5th ਭਾਗ ਹੋਏਗਾ ਜਿਹੜਾ, ਉਹਦੇ ਵਿੱਚ ਆਪਾਂ ਕਰਾਂਗੇ ਅਲਾਊਦੀਨ ਖਿਲਜੀ ਦੇ ਆਰਥਿਕ ਸੁਧਾਰ ਕਿਹੜੇ ਕਿਹੜੇ ਸੀ, ਜਿਹਦੇ ਵਿੱਚ ਉਹਨੇ ਮਾਰਕੀਟ 'ਤੇ ਕੰਟਰੋਲ ਕੀਤਾ ਸੀ, ਚੀਜ਼ਾਂ ਦੇ ਭਾਅ ਨਿਸ਼ਚਿਤ ਕਰਤੇ ਸੀਗੇ, ਅਤੇ ਚੀਜ਼ਾਂ ਦੀ ਪ੍ਰਾਪਤੀ ਦਾ ਉਹਨੇ ਪੂਰਾ ਪ੍ਰਬੰਧ ਕੀਤਾ ਸੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣ ਲਈ ਉਹਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਸੀ, ਅਤੇ ਆਰਥਿਕ ਸੁਧਾਰਾਂ ਨਾਲ ਫਾਇਦਾ ਕੀ ਹੋਇਆ ਸੀ, ਨੁਕਸਾਨ ਕੀ ਹੋਇਆ ਸੀ। ਅਗਲੀ ਵੀਡੀਓ ਜਿਹੜੀ ਹੋਏਗੀ ਆਪਣੀ ਪਾਰਟ ਨੰਬਰ 5, ਉਹਦੇ ਵਿੱਚ ਇਹ ਕੰਪਲੀਟ ਕਰਾਂਗੇ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।